ਸਿੱਧੀ ਅਦਾਇਗੀ ਦੀ ਖਬਰ ਦੇ ਵਿੱਚ ਅਸੀਂ ਤੁਹਾਨੂੰ ਇੱਕ ਵੱਡੀ ਅਪਡੇਟ ਦੇ ਦਿੰਨੇ ਆ। ਉਹ ਅਪਡੇਟ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਅਦਾਇਗੀ ਹੈ ਉਹ ਆੜ੍ਹਤੀਆਂ ਦੇ ਜ਼ਰੀਏ ਹੀ ਹੋਏਗੀ। ਪੰਜਾਬ ਸਰਕਾਰ ਨੇ ਬਕਾਇਦਾ ਇਸ ਦੇ ਲਈ ਖਰੀਦ ਨੀਤੀ ਵੀ ਜਾਰੀ ਕਰ ਦਿੱਤੀ ਹੈ ਔਰ ਖਰੀਦ ਨੀਤੀ ਦੇ ਵਿੱਚ ਕਿਸਾਨਾਂ ਨੂੰ ਸਿੱਧੀ ਅਦਾਇਗੀ ਦਾ ਜ਼ਿਕਰ ਨਹੀਂ ਹੈ। ਪੰਜਾਬ ਸਰਕਾਰ ਪਹਿਲਾਂ ਜ਼ੁਬਾਨੀ ਵੀ ਇਹ ਸਪਸ਼ਟ ਕਰ ਚੁੱਕੀ ਹੈ। ਫੂਡ ਸਪਲਾਈ ਮਿਨਿਸਟਰ ਭਾਰਤ ਭੂਸ਼ਣ ਆਸ਼ੂ ਦਾ ਬਿਆਨ ਆ ਚੁੱਕਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆ ਚੁੱਕਿਆ ਹੈ ਕਿ ਪੰਜਾਬ 'ਚ ਅਸੀਂ ਇਹ ਨਵਾਂ ਸਿਸਟਮ ਲਾਗੂ ਨਹੀਂ ਕਰਾਂਗੇ ਔਰ ਆੜ੍ਹਤੀਆਂ ਦੇ ਜ਼ਰੀਏ ਹੀ ਅਦਾਇਗੀ ਜਿਹੜੀ ਹੈ ਉਹ ਕੀਤੀ ਜਾਏਗੀ। ਹੁਣ ਪੰਜਾਬ ਸਰਕਾਰ ਨੇ ਜਿਹੜੀ ਖਰੀਦ ਨੀਤੀ ਜਾਰੀ ਕੀਤੀ ਹੈ, ਕਿਉਂਕਿ 10 ਅਪ੍ਰੈਲ ਤੋਂ ਪੰਜਾਬ ਦੇ ਵਿੱਚ ਕਣਕ ਦੀ ਖਰੀਦ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ। ਪਹਿਲਾਂ 1 ਅਪ੍ਰੈਲ ਤੋਂ ਹੋ ਜਾਂਦੀ ਸੀ, ਇਸ ਵਾਰੀ 10 ਅਪ੍ਰੈਲ ਤੋਂ ਹੋ ਰਹੀ ਹੈ ਕੋਰੋਨਾ ਦੀ ਵਜ੍ਹਾ ਕਰਕੇ। ਔਰ ਉਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਖਰੀਦ ਨੀਤੀ ਜਾਰੀ ਕਰ ਦਿੱਤੀ ਹੈ ਔਰ ਉਸ ਖਰੀਦ ਨੀਤੀ ਦੇ ਵਿੱਚ ਸਿੱਧੀ ਅਦਾਇਗੀ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਸੋ ਆੜ੍ਹਤੀਆਂ ਦੇ ਜ਼ਰੀਏ ਹੀ ਪੰਜਾਬ ਦੇ ਵਿੱਚ ਇਹ ਅਦਾਇਗੀ ਹੋਏਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਇਹ ਵੀ ਬਿਆਨ ਦਿੱਤਾ ਸੀ ਕਿ ਉਹ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖ ਰਹੇ ਨੇ ਔਰ ਇਸ ਬਾਬਤ ਕੇਂਦਰੀ ਗ੍ਰਹਿ ਮੰਤਰੀ ਤੋਂ ਵੀ ਸਮਾਂ ਮੰਗਿਆ ਗਿਆ ਹੈ। ਸੋ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਨਿਊਜ਼ 18 ਪੰਜਾਬ ਤੇ ਅਸੀਂ ਦਰਸ਼ਕਾਂ ਨੂੰ ਦੱਸ ਰਹੇ ਹਾਂ ਕਿ ਖਰੀਦ ਨੀਤੀ ਜਿਹੜੀ ਹੈ ਉਹ ਜਾਰੀ ਕਰ ਦਿੱਤੀ ਹੈ ਪੰਜਾਬ ਦੇ ਵਿੱਚ। ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਔਰ ਉਸ ਖਰੀਦ ਨੀਤੀ ਦੇ ਵਿੱਚ ਕਿਸਾਨਾਂ ਨੂੰ ਸਿੱਧੀ ਪੇਮੈਂਟ ਕਰਨ ਦਾ, ਡਾਇਰੈਕਟ ਪੇਮੈਂਟ ਕਰਨ ਦਾ ਜਾਂ ਸਿੱਧੀ ਅਦਾਇਗੀ ਕਰਨ ਦਾ ਕੋਈ ਜ਼ਿਕਰ ਨਹੀਂ ਹੈ। ਉਸ ਖਰੀਦ ਨੀਤੀ ਦੀ ਐਕਸਕਲੂਸਿਵ ਕਾਪੀ ਅਸੀਂ ਟੀਵੀ ਸਕਰੀਨ ਤੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ। ਉਸ ਖਰੀਦ ਨੀਤੀ ਦੇ ਵਿੱਚ ਸਾਰਾ ਏਜੰਸੀਆਂ ਬਾਬਤ ਲਿਖਿਆ ਗਿਆ ਹੈ, ਇੱਕ ਪੁਆਇੰਟ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਨਾਲ ਸਰਕਾਰ ਖਰੀਦ ਕਰੇਗੀ, ਕਿਹੜੀ ਏਜੰਸੀ ਕਿੰਨੀ ਖਰੀਦ ਕਰੇਗੀ, ਕਿੰਨੀ ਆਮਦ ਹੋਣ ਦੀ ਸਰਕਾਰ ਨੂੰ ਉਮੀਦ ਹੈ, ਐਕਸਪੈਕਟੇਸ਼ਨ ਹੈ ਔਰ ਕਿਸ ਤਰੀਕੇ ਨਾਲ ਬਾਰਦਾਨਾ ਹੋਏਗਾ, ਕਿਸ ਤਰੀਕੇ ਨਾਲ ਢੋਆ ਢੁਆਈ ਹੋਏਗੀ, ਕੀ ਉਸ ਨੂੰ ਲੈ ਕੇ ਕੋਰੋਨਾ ਦੇ ਚੱਲਦੇ ਗਾਈਡਲਾਈਨਸ ਦਿੱਤੀਆਂ ਗਈਆਂ ਨੇ। ਸਭ ਕੁਝ ਕੰਪਲੀਟ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ, ਪਰ ਸਿੱਧੀ ਅਦਾਇਗੀ ਦਾ ਉਸ ਦੇ ਵਿੱਚ ਕੋਈ ਜ਼ਿਕਰ ਨਹੀਂ ਹੈ। ਔਰ ਪੰਜਾਬ ਸਰਕਾਰ ਇਹ ਕਹਿ ਚੁੱਕੀ ਹੈ ਕਿ ਇਸ ਵਾਰ ਦੀ ਜਿਹੜੀ ਖਰੀਦ ਹੈ ਉਸ ਦੀ ਅਦਾਇਗੀ ਆੜ੍ਹਤੀਆਂ ਜ਼ਰੀਏ ਹੀ ਕੀਤੀ ਜਾਏਗੀ। ਸੋ ਪਿਛਲੇ ਦਿਨਾਂ ਤੋਂ ਲਗਾਤਾਰ ਇਹ ਮੁੱਦਾ ਚਰਚਾ ਦੇ ਵਿੱਚ ਹੈ ਔਰ ਵੱਖ-ਵੱਖ ਤਰ੍ਹਾਂ ਦੇ ਸਟੈਂਡ ਦੇਖਣ ਨੂੰ ਮਿਲ ਰਹੇ ਨੇ, ਖਾਸ ਕਰਕੇ ਨਾ ਸਿਰਫ ਸਰਕਾਰਾਂ ਦੇ ਵਿੱਚ ਬਲਕਿ ਕਿਸਾਨ ਜਥੇਬੰਦੀਆਂ ਦੇ ਵਿੱਚ। ਵਿਸਤਾਰ ਨਾਲ, ਤਫਸੀਲ ਨਾਲ ਅਸੀਂ ਉਸ ਦਾ ਜ਼ਿਕਰ ਕਰਾਂਗੇ। ਸ਼ੁਰੂਆਤ ਅਸੀਂ 3 ਤਸਵੀਰਾਂ ਤੋਂ ਕਰ ਰਹੇ ਹਾਂ। ਪਹਿਲੀ ਤਸਵੀਰ ਜਦੋਂ ਕੇਂਦਰੀ ਮੰਤਰੀ ਪੀਯੂਸ਼ ਗੋਇਲ ਵੱਲੋਂ ਰਾਜਾਂ ਨੂੰ ਚਿੱਠੀ ਲਿਖੀ ਗਈ, ਪੰਜਾਬ ਨੂੰ ਚਿੱਠੀ ਲਿਖੀ ਗਈ, ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਗਈ ਔਰ ਸਪਸ਼ਟ ਤੌਰ ਤੇ ਉਸ ਦੇ ਵਿੱਚ ਕਿਹਾ ਗਿਆ ਕਿ ਜਾਂ ਤਾਂ ਇਹ ਫਾਰਮੂਲਾ ਲਾਗੂ ਕਰੋ, ਕੇਂਦਰ ਸਰਕਾਰ ਦਾ ਇਹ ਫੈਸਲਾ ਜਿਹੜਾ ਹੈ ਲਾਗੂ ਕਰੋ, ਨਹੀਂ ਤਾਂ ਰਿਆਇਤਾਂ ਤੋਂ ਤੁਸੀਂ ਵਾਂਝੇ ਹੋ ਜਾਓਗੇ। ਇਹ ਇੱਕ ਤਰੀਕੇ ਨਾਲ ਸਖਤ ਸੰਦੇਸ਼ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਦਿੱਤਾ ਗਿਆ। ਪਰ ਪੰਜਾਬ ਸਰਕਾਰ ਨੇ ਤੁਰੰਤ ਬਿਆਨ ਜਾਰੀ ਕੀਤਾ ਕਿ ਕੇਂਦਰ ਲੱਖ ਚਿੱਠੀਆਂ ਲਿਖੀ ਜਾਵੇ, ਅਸੀਂ ਇਹ ਸਿਸਟਮ ਪੰਜਾਬ 'ਚ ਲਾਗੂ ਨਹੀਂ ਕਰਾਂਗੇ। ਮੁੱਖ ਮੰਤਰੀ ਨੇ ਵੀ ਇਹ ਸਪਸ਼ਟ ਕਰ ਦਿੱਤਾ। ਦੂਸਰੀ ਗੱਲ ਕਿਸਾਨ ਲੀਡਰਾਂ ਦੀ। ਕਿਸਾਨ ਲੀਡਰਾਂ ਨੇ ਡਾਕਟਰ ਦਰਸ਼ਨਪਾਲ ਨੇ ਬਿਆਨ ਦਿੱਤਾ ਕਿ ਉਹਨਾਂ ਦੀ ਜਿਹੜੀ ਜਥੇਬੰਦੀ ਹੈ ਉਹ ਸਿੱਧੀ ਅਦਾਇਗੀ ਦੇ ਹੱਕ 'ਚ ਹੈ, ਪਰ ਡਾਕਟਰ ਦਰਸ਼ਨਪਾਲ ਵੱਲੋਂ ਇਸ ਫੈਸਲੇ ਦੀ ਟਾਈਮਿੰਗ ਤੇ ਸਵਾਲ ਚੱਕੇ ਗਏ ਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਸ ਵੇਲੇ ਇਹ ਫੈਸਲਾ ਲੈਣਾ ਕਿਤੇ ਨਾ ਕਿਤੇ ਕਿਸਾਨਾਂ 'ਚ ਤੇ ਆੜ੍ਹਤੀਆਂ 'ਚ ਪਾੜ ਪਾਉਣ ਦੀ ਜਾਂ ਵਖਰੇਵਾਂ ਪੈਦਾ ਕਰਨ ਦੀ ਕੋਸ਼ਿਸ਼ ਹੈ। ਉਸ ਤੋਂ ਬਾਅਦ ਕਈ ਕਿਸਾਨ ਆਗੂਆਂ ਨੇ ਬਿਆਨ ਦਿੱਤਾ ਕਿ ਉਹ ਇਸ ਦੇ ਖਿਲਾਫ ਨੇ। ਉਹ ਬਿਆਨ ਵੀ ਅਸੀਂ ਤੁਹਾਨੂੰ ਇੱਕ ਕਰਕੇ ਸੁਣਾਵਾਂਗੇ। ਤੀਸਰੀ ਵਿੰਡੋ, ਪੰਜਾਬ ਦਾ ਸਟੈਂਡ ਜਿਹੜਾ, ਤੀਸਰੀ ਗੱਲ ਅਸੀਂ ਕਰ ਰਹੇ ਹਾਂ ਕਿ ਪੰਜਾਬ ਸਰਕਾਰ ਨੇ ਪਹਿਲਾਂ ਜ਼ੁਬਾਨੀ ਤੌਰ ਤੇ ਇਹ ਬਿਆਨ ਦਿੱਤਾ ਸੀ, ਹੁਣ ਉਹਨਾਂ ਨੇ ਜਿਹੜੀ ਖਰੀਦ ਨੀਤੀ ਜਾਰੀ ਕਰ ਦਿੱਤੀ ਹੈ, ਜੋ ਉਸ ਦਾ ਖਰੀਦ ਨੀਤੀ ਦਾ ਡਾਕੂਮੈਂਟ ਅਸੀਂ ਸ਼ੋਅ ਕਰ ਰਹੇ ਹਾਂ, ਦਸਤਾਵੇਜ਼ ਦਿਖਾ ਰਹੇ ਹਾਂ ਟੀਵੀ ਸਕਰੀਨ ਤੇ, ਉਸ ਦੇ ਵਿੱਚ ਸਿੱਧੀ ਪੇਮੈਂਟ ਦਾ ਕੋਈ ਜ਼ਿਕਰ ਪੰਜਾਬ ਸਰਕਾਰ ਨੇ ਨਹੀਂ ਕੀਤਾ। ਸੋ ਇਹ ਇਸ ਵੇਲੇ 3 ਅਹਿਮ ਪਹਿਲੂ ਨੇ ਜਿਸ ਨਾਲ ਪੂਰੀ ਇਸ ਤਸਵੀਰ ਨੂੰ ਸਮਝਣਾ ਪਏਗਾ ਕਿ ਕੇਂਦਰ ਦਾ ਕੀ ਸਟੈਂਡ ਹੈ, ਕਿਸਾਨ ਜਥੇਬੰਦੀਆਂ ਕੀ ਸੋਚ ਰਹੀਆਂ ਨੇ, ਕੀ ਉਹਨਾਂ ਦੇ ਪ੍ਰਤੀਕਰਮ ਨੇ ਔਰ ਸਰਕਾਰ ਜੋ ਅਫੀਸ਼ੀਅਲ ਤੌਰ ਤੇ ਬੋਲ ਰਹੀ ਹੈ, ਜੋ ਦਸਤਾਵੇਜ਼ਾਂ ਦੇ ਜ਼ਰੀਏ ਬੋਲ ਰਹੀ ਹੈ, ਉਹ ਕੀ ਹੈ। ਪੰਕਜ ਕਬਾਈ ਸਾਡੇ ਸਹਿਯੋਗੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ। ਪੰਕਜ, ਜਿਸ ਤਰੀਕੇ ਨਾਲ ਅਸੀਂ ਇਸ ਦੇ ਵੱਖ-ਵੱਖ ਪਹਿਲੂਆਂ ਦਾ ਜ਼ਿਕਰ ਕਰ ਰਹੇ ਹਾਂ, ਕੇਂਦਰ ਸਰਕਾਰ ਚਿੱਠੀ ਭੇਜਦੀ ਹੈ ਕਿ ਫੈਸਲਾ ਲਾਗੂ ਕਰੋ ਨਹੀਂ ਤੇ ਕੋਈ ਰਿਆਇਤ ਨਹੀਂ ਮਿਲੇਗੀ। ਦੂਸਰੇ ਪਾਸੇ ਸਰਕਾਰ ਦਾ ਬਿਆਨ ਆ ਜਾਂਦਾ ਤੁਰੰਤ ਹੀ ਕਿ ਕੋਈ ਚੱਕਰ ਨਹੀਂ, ਜਿੰਨੀਆਂ ਮਰਜ਼ੀ ਚਿੱਠੀਆਂ ਆ ਜਾਣ, ਅਸੀਂ ਇਹ ਲਾਗੂ ਨਹੀਂ ਕਰਾਂਗੇ। ਔਰ ਅੱਜ ਲਿਖਤੀ ਤੌਰ ਤੇ ਵੀ ਬਕਾਇਦਾ ਸਰਕਾਰ ਨੇ ਜਾਰੀ ਕਰ ਦਿੱਤਾ ਹੈ। ਪੰਕਜ, ਬਿਲਕੁਲ ਵਿਜੇਪਾਲ, ਕਿਉਂਕਿ ਭਾਰਤ ਭੂਸ਼ਣ ਆਸ਼ੂ ਹੋਰਾਂ ਦੇ ਨਾਲ ਨਿਊਜ਼ 18 ਦੀ ਗੱਲਬਾਤ ਵੀ ਹੋਈ ਸੀ ਔਰ ਉਹਨਾਂ ਨੇ ਆਪਣਾ ਰੁਖ ਸਾਫ਼ ਕੀਤਾ ਸੀਗਾ ਕਿ ਅਸੀਂ ਜਿਹੜਾ ਵਾ ਜਿਸ ਤਰੀਕੇ ਨਾਲ ਪੁਰਾਣਾ ਸਿਸਟਮ ਚੱਲ ਰਿਹਾ ਉਸੇ ਸਿਸਟਮ ਨੂੰ ਅਡਾਪਟ ਕਰਾਂਗੇ। 10
ਅਪ੍ਰੈਲ ਤੋਂ ਜਿਹੜੀ ਹੈ ਫਸਲ ਮੰਡੀਆਂ ਦੇ ਵਿੱਚ ਆਣੀ ਹੈ, ਯਾਨੀ ਕਿ ਆੜ੍ਹਤੀਆਂ ਦੇ ਜ਼ਰੀਏ ਹੀ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਤੱਕ ਪੈਸਾ ਪਹੁੰਚਾਏਗੀ। ਇਹ ਨਿਊਜ਼ 18 ਦੇ ਕੋਲ ਐਕਸਕਲੂਸਿਵ ਡਾਕੂਮੈਂਟਰੀ ਹੈ ਜਿਸ ਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ ਤੇ ਜ਼ਿਕਰ ਵੀ ਕੀਤਾ ਹੋਇਆ ਹੈ। ਹਾਲਾਂਕਿ ਕਿਸਾਨ ਜਥੇਬੰਦੀਆਂ ਦੀ ਵੱਖੋ-ਵੱਖ ਰਾਏ ਉਸ ਵੇਲੇ ਨਿਕਲ ਕੇ ਸਾਹਮਣੇ ਆਈ ਹੈ ਜਦੋਂ ਡਾਕਟਰ ਦਰਸ਼ਨਪਾਲ, ਜੋ ਸੰਯੁਕਤ ਕਿਸਾਨ ਮੋਰਚੇ ਦੇ ਅਹਿਮ ਮੈਂਬਰ ਨੇ ਔਰ ਵੱਡੇ ਕਿਸਾਨ ਆਗੂ ਦੇ ਤੌਰ ਤੇ ਜਾਣੇ ਜਾਂਦੇ ਨੇ, ਉਹਨਾਂ ਨੇ ਜ਼ਿਕਰ ਕੀਤਾ ਔਰ ਉਹਨਾਂ ਨੇ ਹਮਾਇਤ ਕੀਤੀ ਕਿ ਸਿੱਧੀ ਅਦਾਇਗੀ ਨੂੰ ਲੈ ਕੇ ਕਿਸਾਨ ਜਿਹੜੇ ਆ ਸਮੇਂ-ਸਮੇਂ ਤੇ ਮੰਗ ਕਰਦੇ ਰਹੇ ਔਰ ਉਹ ਇਸ ਫੈਸਲੇ ਨੂੰ ਲੈ ਕੇ ਉਹਨਾਂ ਦੇ ਪੱਖ ਦੇ ਵਿੱਚ ਖੜੇ ਹੁੰਦੇ ਹੋਏ ਨਜ਼ਰ ਆਏ ਨੇ। ਹਾਲਾਂਕਿ ਟਾਈਮਿੰਗ ਨੂੰ ਲੈ ਕੇ ਜ਼ਰੂਰ ਸਵਾਲ ਜਿਹੜੇ ਨੇ ਉਹ ਬਕਾਇਦਾ ਤੌਰ ਤੇ ਚੁੱਕੇ ਗਏ ਨੇ। ਤਾਂ ਅਜਿਹੇ 'ਚ ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਬੀਜੇਪੀ ਦੇ ਵੀ ਲੀਡਰ ਜਿਹੜੇ ਨੇ, ਚਾਹੇ ਹਰਜੀਤ ਸਿੰਘ ਗਰੇਵਾਲ ਹੋਣ, ਸੁਰਜੀਤ ਕੁਮਾਰ ਜੈਨੀ ਹੋਣ, ਚਾਹੇ ਸੋਈ ਹੋਰੀ ਹੋਣ, ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀਗਾ ਕਿ ਘੱਟੋ-ਘੱਟ 1 ਸਾਲ ਦਾ ਸਮਾਂ ਅਜੇ ਦੇਣਾ ਚਾਹੀਦਾ। ਅਜੇ ਉਸ ਤਰੀਕੇ ਦੀ ਤਿਆਰੀ ਜਿਹੜੀ ਹੈ ਉਹ ਮੁਕਰਰ ਨਹੀਂ ਕੀਤੀ ਗਈ। ਤਾਂ ਅਜਿਹੇ 'ਚ 10 ਅਪ੍ਰੈਲ ਤੋਂ ਮੰਡੀਆਂ ਦੇ ਵਿੱਚ ਫਸਲ ਆਏਗੀ ਔਰ ਸਰਕਾਰ ਨੇ, ਪੰਜਾਬ ਸਰਕਾਰ ਨੇ ਆਪਣਾ ਰੁਖ ਸਾਫ਼ ਕਰ ਦਿੱਤਾ ਹੈ ਕਿ ਇਸ ਡਾਕੂਮੈਂਟ ਦੇ ਜ਼ਰੀਏ ਜੋ ਫਸਲ ਨੀਤੀ ਆਈ ਹੈ ਕਿ ਬਕਾਇਦਾ ਤੌਰ ਤੇ ਜੋ ਪੁਰਾਣਾ ਸਿਸਟਮ ਸੀਗਾ ਉਸੇ ਦੇ ਤਹਿਤ ਹੀ ਫਸਲ ਜਿਹੜੀ ਹੈ ਉਹ ਚੁੱਕੀ ਜਾਏਗੀ। ਵਿਜੇ, ਤਾਂ ਪੰਕਜ, ਹੁਣ ਇਸ ਨੂੰ ਕਿਸ ਲਿਹਾਜ਼ ਨਾਲ ਦੇਖਿਆ ਜਾ ਸਕਦਾ ਹੈ? ਕਿਉਂਕਿ ਲੜਾਈ ਹੁਣ ਜਿਹੜੀ ਹੈਗੀ ਹੈ ਉਹ ਦਸਤਾਵੇਜ਼ਾਂ ਤੇ ਆਧਾਰਿਤ ਵੀ ਹੋ ਗਈ ਹੈ। ਕੇਂਦਰ ਸਰਕਾਰ ਸਪਸ਼ਟ ਕਰ ਚੁੱਕੀ ਹੈ ਕਿ ਅਸੀਂ ਇਹ ਫੈਸਲਾ ਲਾਗੂ ਕਰਾਂਗੇ ਔਰ ਸਰਕਾਰ, ਪੰਜਾਬ ਸਰਕਾਰ ਦਸਤਾਵੇਜ਼ਾਂ ਦੇ ਜ਼ਰੀਏ ਕਹਿ ਰਹੀ ਹੈ ਕਿ ਅਸੀਂ ਇਹ ਫੈਸਲਾ ਉਹਨਾਂ ਦਾ ਨਹੀਂ ਮੰਨਾਂਗੇ। ਤੀਸਰੀ ਇਹਦੇ ਵਿੱਚ ਇੱਕ ਧਿਰ ਹੋਰ ਹੈ ਜਿਸ ਦਾ ਜ਼ਿਕਰ ਕਰਨਾ ਬਣਦਾ ਹੈ, ਉਹ ਹੈ ਪੰਜਾਬ ਬੀਜੇਪੀ ਦੇ ਜਿਹੜੇ ਆਗੂ ਨੇ। ਪਿਛਲੇ ਦਿਨੀ ਤੁਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਨਿਊਜ਼ 18 ਪੰਜਾਬ ਤੇ, ਉਹਨਾਂ ਨੇ ਵੀ ਬਿਆਨ ਦਿੱਤੇ ਔਰ ਪੰਜਾਬ ਬੀਜੇਪੀ ਦੇ ਆਗੂ ਵੀ ਕਹਿ ਰਹੇ ਨੇ ਕਿ ਫਿਲਹਾਲ ਇਸ ਫੈਸਲੇ ਨੂੰ ਲਾਗੂ ਨਹੀਂ ਕਰਨਾ ਚਾਹੀਦਾ। ਐਸੇ ਚ ਇਕੁਏਸ਼ਨ ਕੀ ਬਣਦੀ ਨਜ਼ਰ ਆ ਰਹੀ ਹੈ? ਵਿਜੇ, ਸਭ ਤੋਂ ਵੱਡਾ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਨੇ ਜੋ ਫਸਲ ਖਰੀਦਣੀ ਹੈ ਉਹ ਕੇਂਦਰ ਸਰਕਾਰ ਦੇ ਲਈ ਖਰੀਦੀ ਜਾਣੀ ਹੈ, ਜੋ FCI ਫਸਲ ਖਰੀਦਦੀ ਹੈ ਔਰ ਪੈਸਾ ਜਿਹੜਾ ਵਾ ਉਹ ਕੇਂਦਰ ਸਰਕਾਰ ਨੇ ਦੇਣਾ ਹੁੰਦਾ। ਤਾਂ ਕੀ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਅਗਰ ਵਿਰੋਧ ਜਿਹੜਾ ਵਾ ਪੰਜਾਬ ਸਰਕਾਰ ਕਰੇਗੀ ਔਰ ਪੁਰਾਣੇ ਸਿਸਟਮ ਦੇ ਨਾਲ ਹੀ ਫਸਲ ਖਰੀਦੀ ਜਾਏਗੀ, ਤਾਂ ਕੀ ਕੇਂਦਰ ਸਰਕਾਰ ਜਾਂ FCI ਪੈਸਾ ਜਾਂ ਫੰਡ ਜਿਹੜਾ ਵਾ ਉਹ ਰੋਕ ਤਾਂ ਨਹੀਂ ਦੇਗੀ? ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਬਣਿਆ ਹੋਇਆ ਵਾ। ਔਰ ਦੂਜੇ ਪਾਸੇ ਬੀਜੇਪੀ ਦੀ ਜੋ ਤੁਸੀਂ ਜ਼ਿਕਰ ਕੀਤਾ ਉਸ ਦੇ ਵਿੱਚ ਦੋ ਰਾਏ ਨੇ। ਇੱਕ ਪਾਸੇ ਹਰਜੀਤ ਸਿੰਘ ਗਰੇਵਾਲ, ਸੁਰਜੀਤ ਕੁਮਾਰ ਜੈਨੀ, ਉਹ ਕਹਿ ਰਹੇ ਨੇ ਕਿ ਪਿਊਸ਼ ਗੋਇਲ ਹੋਰਾਂ ਦੇ ਨਾਲ ਮੁਲਾਕਾਤ ਕਰਕੇ 1 ਸਾਲ ਦਾ ਜਿਹੜਾ ਵਾ ਇਸ ਦੇ ਉੱਤੇ ਰੋਕ ਲੱਗੇ ਉਹ ਸਮਾਂ ਮੰਗਣ ਦੀ ਕਵਾਇਦ ਕਰ ਰਹੇ ਨੇ। ਤਾਂ ਦੂਜੇ ਪਾਸੇ ਤਰੁਣ ਚੁੱਗ ਜੋ ਦਿੱਲੀ ਬੈਠੇ ਹੁੰਦੇ ਨੇ, ਮਹਾਮੰਤਰੀ ਨੇ, ਉਹ ਇਸ ਗੱਲ ਦਾ ਜ਼ਿਕਰ ਕੱਲ ਨਿਊਜ਼ 18 ਦੇ ਉੱਤੇ ਕਰ ਰਹੇ ਸੀਗੇ ਕਿ ਪੰਜਾਬ ਸਰਕਾਰ ਨੇ ਵੀ ਤਿਆਰੀ ਪੂਰੀ ਕੱਸੀ ਹੋਈ ਹੈ, ਸੌਫਟਵੇਅਰ ਬਣਾ ਲਿੱਤਾ ਗਿਆ ਵਾ, ਵੈਬਸਾਈਟ ਪੂਰੀ ਤਰੀਕੇ ਦੇ ਨਾਲ ਤਿਆਰ ਹੈ ਔਰ 2022 ਦੇ ਲਈ ਵਿਧਾਨ ਸਭਾ ਚੋਣਾਂ ਨੇ। ਔਰ ਤਰੁਣ ਚੁੱਗ ਹੋਰਾਂ ਨੇ ਜ਼ਿਕਰ ਇਸ ਗੱਲ ਦਾ ਵੀ ਕੀਤਾ ਕਿ 1 ਸਾਲ ਦਾ ਸਮਾਂ ਜਿਹੜਾ ਵਾ ਉਹ ਕੈਪਟਨ ਅਮਰਿੰਦਰ ਸਿੰਘ ਕਿਉਂ ਮੰਗ ਰਹੇ ਅਗਰ ਇਸ ਦੇ ਖਿਲਾਫ ਨੇ, ਜੋ ਚਿੱਠੀ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਹੈ। ਤਾਂ ਵੱਖ-ਵੱਖ ਰਾਏ ਨਿਕਲ ਕੇ ਸਾਹਮਣੇ ਆ ਰਹੀ ਹੈ, ਲੇਕਿਨ ਇਸ ਦਸਤਾਵੇਜ਼ ਨੇ ਇੱਕ ਗੱਲ ਸਾਫ਼ ਕਰ ਦਿੱਤੀ ਹੈ ਕਿ ਇਸ ਵਾਰ ਦੀ ਜੋ ਫਸਲ ਆਏਗੀ ਜੋ ਮੰਡੀਆਂ ਦੇ ਵਿੱਚ 10 ਅਪ੍ਰੈਲ ਤੋਂ ਸ਼ੁਰੂ ਹੋਣੀ ਹੈ, ਉਹ ਪੰਜਾਬ ਸਰਕਾਰ ਜਿਹੜੀ ਹੈ ਉਹ ਪੁਰਾਣੇ ਫਾਰਮੂਲੇ ਦੇ ਤਹਿਤ ਹੀ ਜਿਹੜੀ ਹੈ ਉਹ ਖਰੀਦੇਗੀ। ਦੂਸਰਾ ਵਿਜੇ, ਸਭ ਤੋਂ ਵੱਡਾ ਸਵਾਲ ਇਹ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਜੋ ਡਾਕਟਰ ਦਰਸ਼ਨਪਾਲ ਹੋਰਾਂ ਦੀ ਸਟੇਟਮੈਂਟ ਆਈ ਹੈ, ਡਾਕਟਰ ਦਰਸ਼ਨਪਾਲ ਹੋਰਾਂ ਦੀ ਸਟੇਟਮੈਂਟ ਸਾਰਿਆਂ ਨੂੰ ਹੈਰਾਨ ਕਰਨ ਵਾਲੀ ਸੀਗੀ ਕਿਉਂਕਿ ਅਜੇ ਤੱਕ ਕਿਸਾਨ ਲੀਡਰ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਸੀਗੇ ਕਿ ਅਸੀਂ ਸਿੱਧੀ ਅਦਾਇਗੀ ਦੇ ਫੈਸਲੇ ਦੇ ਖਿਲਾਫ ਆ, ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ। ਬੂਟਾ ਸਿੰਘ ਸ਼ਾਦੀਪੁਰ ਹੋਰਾਂ ਨਾਲ ਥੋੜੀ ਦੇਰ ਪਹਿਲਾਂ ਨਿਊਜ਼ 18 ਦੀ ਗੱਲਬਾਤ ਹੋਈ ਸੀ ਕਿ ਉਹਨਾਂ ਨੇ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਔਰ ਇਹ ਕਿਹਾ ਕਿ ਦਰਸ਼ਨਪਾਲ ਹੋਰਾਂ ਦੀ ਨਿੱਜੀ ਰਾਏ ਹੈ। ਔਰ ਤੀਜਾ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 2 ਦਿਨ ਪਹਿਲਾਂ ਆਰਤੀ ਐਸੋਸੀਏਸ਼ਨ ਦੇ ਨਾਲ ਮੀਟਿੰਗ ਵੀ ਕੀਤੀ ਔਰ ਉਹਨਾਂ ਨੂੰ ਪੂਰਾ ਭਰੋਸਾ ਦਿੱਤਾ ਔਰ ਉਸ ਤੋਂ ਬਾਅਦ ਇਹ ਦਸਤਾਵੇਜ਼ ਜਾਰੀ ਕਰ ਦਿੱਤੇ ਕਿ ਨਹੀਂ, ਪੁਰਾਣੇ ਸਿਸਟਮ ਦੇ ਤਹਿਤ ਹੀ ਆਰਤੀਆਂ ਦੇ ਜ਼ਰੀਏ ਹੀ ਫਸਲ ਜਿਹੜੀ ਹੈ ਉਹ ਖਰੀਦੀ ਜਾਏਗੀ। ਠੀਕ ਹੈ, ਧੰਨਵਾਦ ਪੰਕਜ ਇਸ ਜਾਣਕਾਰੀ ਦੇ ਲਈ। ਤਾਂ ਪੂਰੀ ਇਕੁਏਸ਼ਨ ਜਿਹੜੀ ਹੈ ਉਹ ਅਸੀਂ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ, ਕਿਸ ਪਾਸੇ ਵੱਲ ਜਾਂਦੀ ਹੈ, ਉਸ ਦੇ ਵਿੱਚ ਕਿਸ ਤਰੀਕੇ ਦੇ ਬਿਆਨ ਆਉਂਦੇ ਨੇ ਸਿੱਧੀ ਅਦਾਇਗੀ ਨੂੰ ਲੈ ਕੇ। ਸੋ ਕਿਸਾਨ ਜਥੇਬੰਦੀਆਂ ਦਾ ਜੋ ਪੰਕਜ ਕਪਾਹੀ ਵੀ ਜ਼ਿਕਰ ਕਰ ਰਹੇ ਸੀ, ਵੱਖ-ਵੱਖ ਜਿਹੜੇ ਉਹਨਾਂ ਦੇ ਬਿਆਨ ਆਏ ਨੇ।